ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਪ੍ਰਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਗੁਰ ਹੱਥ ਦਰਸ਼ਨ ਦੇਵ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ। ਦੇਹ ਨਾਮ ਕਰ ਆਪਣੇ ਤੇਰੇ। ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਹਿੰਦੂ ਤੁਰਕ ਕਹਾਂ ਤੇ ਆਏ। ਕਿਨ ਇਹ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਦੇ। ਪਿਸਤ ਦੋਜ ਕਿਨ ਪਾਈ। ਕਾਜੀ ਤੈ ਕਵਨ ਕਤੇ ਬਖਾਨੀ। ਪੜਤ ਗੁਣਤ ਐਸੇ ਸਭ ਮਾਰੇ। ਕਿਨਹੂ ਖਬਰ ਨ ਜਾਣੀ ਰਹਾਓ। ਸਕਤ ਸਨੇਹੋ ਕਰ ਸੁਨਤ ਕਰੀਐ। ਮੈਂ ਨਾ ਬਦੋਗਾ ਭਾਈ। ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ। ਆਪਣੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ। ਔਰਤ ਕਾ ਕਿਆ ਕਰੀਐ। ਅਰਧ ਸਰੀਰੀ ਨਾਰ ਨਾ ਛੋੜੈ। ਤਾਤੇ ਹਿੰਦੂ ਹੀ ਰਹੀਐ। ਛਾੜ ਕਤੇਵ ਰਾਮ ਭਜ ਬਉਰੇ। ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਕਰੀ ਟੇਕ ਰਾਮ ਕੀ। ਤੁਰਕ ਰਹੇ ਪਚਹਾਰੀ। ਛਾੜ ਕਤੇਬ ਰਾਮ ਭਜ ਬਉਰੇ। ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਕਰੀ ਟੇਕ ਰਾਮ ਕੀ। ਤੁਰਕ ਰਹੇ ਪਚਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਅਸਥਾਨ ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 477 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਕਾਜੀ ਨੂੰ ਮੁਖਾਤਬ ਹੋ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ। ਕਾਜੀ ਉਹ ਜੋ ਬੜਾ ਹੀ ਮੁਤੱਸਬ ਹੈ, ਮੁਤੱਸਬੀ ਕਾਜੀ ਹੈ, ਜੋ ਕੱਟੜਵਾਦ ਦੇ ਚੱਕਰ ਦੇ ਵਿੱਚ ਫਸਿਆ ਹੋਇਆ ਹੈ ਔਰ ਭਗਤ ਕਬੀਰ ਸਾਹਿਬ ਜੀ ਨੂੰ ਮੁਸਲਮਾਨ ਹੋਣ ਵਾਸਤੇ ਆਖਦਾ ਹੈ। ਜਦੋਂ ਆਪਾਂ ਸਾਰੇ ਧਰਮਾਂ ਵੱਲ ਨਿਗਾਹ ਮਾਰੋ, ਹਰ ਕੋਈ ਜੋ ਧਰਮ ਦਾ ਪ੍ਰਚਾਰ ਕਰਨ ਵਾਲਾ ਹੈ
ਉਹ ਕਹਿੰਦਾ ਵੀ ਸਾਡਾ ਧਰਮ ਸਾਰਿਆਂ ਨਾਲੋਂ ਸ੍ਰੇਸ਼ਟ ਹੈ, ਚੰਗਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਹਿਣਾ ਚਾਹੀਦਾ ਹੈ ਵੀ ਮੇਰਾ ਧਰਮ ਸਭ ਨਾਲੋਂ ਸ੍ਰੇਸ਼ਟ ਹੈ, ਵਧੀਆ ਹੈ। ਪਰ ਸਾਨੂੰ ਇਹ ਵੀ ਹੱਕ ਨਹੀਂ ਕਿ ਆਪਾਂ ਕਿਸੇ ਦੂਸਰੇ ਦੇ ਧਰਮ ਨੂੰ, ਦੂਸਰੇ ਦੇ ਮਜ਼ਹਬ ਨੂੰ ਮਾੜਾ ਆਖੀਏ। ਗੁਰਮਤਿ ਦੇ ਵਿੱਚ ਮਹਾਰਾਜ ਜੀ ਨੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ। ਸਾਰੇ ਧਰਮਾਂ ਵਿੱਚ ਰੱਬ ਦਾ ਕੋਈ ਵੀ ਨਾਮ ਲਿਆ ਗਿਆ ਤੇ ਮਹਾਰਾਜ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਹੇ ਪਰਮਾਤਮਾ, ਜਿੰਨੇ ਵੀ ਤੇਰੇ ਨਾਮ ਨੇ ਉਹਨਾਂ ਸਾਰਿਆਂ ਤੋਂ ਅਸੀਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਪਰ ਮਹਾਰਾਜ ਜੀ ਨੇ ਕਿਸੇ ਵੀ ਧਰਮ ਦੇ ਵਿੱਚ ਜਿਹੜੀਆਂ ਬੁਰਾਈਆਂ ਨੇ, ਕਮਜ਼ੋਰੀਆਂ ਨੇ, ਉਹਨਾਂ ਦਾ ਜ਼ਰੂਰ ਖੰਡਨ ਕੀਤਾ ਹੈ। ਉਹ ਕੇਵਲ ਦੂਜੇ ਦੇ ਧਰਮਾਂ ਦੀਆਂ ਹੀ ਨਹੀਂ, ਆਪਣੇ ਧਰਮ ਦੇ ਵਿੱਚ ਵੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਆਖਿਆ ਵੀ ਜਿਹੜਾ ਸਿੱਖ ਹੈ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ, ਉਹਨੂੰ ਸਿੱਖ ਕਿਹਨੂੰ ਆਖਿਆ ਗਿਆ ਹੈ, ਉਹ ਮਹਾਰਾਜ ਨੇ ਦੱਸਿਆ ਹੈ। ਉੱਥੇ ਮਹਾਰਾਜ ਬਾਣੀ ਦੇ ਵਿੱਚ ਇਹ ਵੀ ਆਖਦੇ ਨੇ ਕਿ ਸਾਡੇ ਕੋਲ ਬੜੇ ਸੇਵਕ ਆਉਂਦੇ ਨੇ, ਸਾਡੇ ਸਿੱਖ ਬੜੇ ਆਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ, ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਹਾਰਾਜ ਹੋਰ ਵੀ ਬਚਨ ਆਖਦੇ ਨੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਪੜੀ ਜਾਓ। ਮਹਾਰਾਜ ਕਹਿੰਦੇ ਕੋਈ ਲਾਭ ਨਹੀਂ ਮਿਲੇਗਾ। ਫਿਰ ਮਹਾਰਾਜ ਕਿਵੇਂ ਕਿਰਪਾ ਹੋਵੇਗੀ? ਪਾਤਸ਼ਾਹ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਣੀ ਨੂੰ ਸੁਣਨਾ ਹੈ, ਬਾਣੀ ਦੇ ਵਿੱਚ ਜੋ ਸਾਨੂੰ ਆਖਿਆ ਗਿਆ ਉਹਨੂੰ ਮੰਨਣਾ ਹੈ ਸਤ ਕਰਕੇ, ਔਰ ਫਿਰ ਉਹਦਾ ਨਿਧਿਆਸਨ ਕਰਨਾ ਹੈ, ਉਹਦਾ ਅਭਿਆਸ ਕਰਨਾ ਹੈ, ਆਪਣੇ ਜੀਵਨ ਵਿੱਚ ਉਹਨੂੰ ਪਰਪੱਕ ਕਰਨਾ ਹੈ, ਉਹਦਾ ਦ੍ਰਿੜ ਜਿਹੜਾ ਅਭਿਆਸ ਕਰਨਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਮੱਕੇ ਗਏ ਹਨ, ਉੱਥੇ ਵੀ ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ। ਵੱਡਾ ਸਾਂਗ ਵਰਤਾਇਆ, ਲਖ ਨ ਸਕੈ ਕੁਦਰਤ ਕੋਈ। ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਬਸ ਇਸੇ ਗੱਲ ਦਾ ਝਗੜਾ ਵੀ ਸਾਡਾ, ਅਸੀਂ ਵੱਡੇ ਹਾਂ, ਅਸੀਂ ਚੰਗੇ ਹਾਂ, ਦੂਜੇ ਮਾੜੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ, ਮਹਾਰਾਜ ਦੱਸੋ ਤੁਹਾਡੇ ਕੋਲ ਜਿਹੜੀ ਕਿਤਾਬ ਹੈ, ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਉਹ ਪੋਥੀ ਸੀ ਜਿਹਦੇ ਵਿੱਚ ਮਹਾਰਾਜ ਆਪਣੀ ਬਾਣੀ ਉਚਾਰਨ ਕੀਤੀ ਹੋਈ ਦਰਜ ਕਰਦੇ ਸਨ, ਅਤੇ ਹੋਰ ਵੀ ਭਗਤਾਂ ਥਾਂ ਪਰ ਥਾਂ ਜਾ ਕੇ ਮਹਾਰਾਜ ਜੀ ਨੇ ਜੋ ਬਾਣੀ ਭਗਤਾਂ ਪਾਸੋਂ ਲਈ, ਉਹ ਕਹਿੰਦੇ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਇਹਨੂੰ ਖੋਲ੍ਹ ਕੇ ਦੱਸੋ, ਕਿਉਂਕਿ ਸ਼ਾਮੀ ਮੱਤ ਦੇ ਅੰਦਰ ਧਾਰਮਿਕ ਗ੍ਰੰਥਾਂ ਨੂੰ ਕਿਤਾਬ ਹੀ ਆਖਿਆ ਗਿਆ। ਬਸ ਜੇ ਬਹੁਤੇ ਤੋਂ ਬਹੁਤਾ ਵੱਡਾ ਉਹਨਾਂ ਨੇ ਜ਼ੋਰ ਲਾਇਆ ਹੈ ਤੇ ਹੋਲੀ ਕਿਤਾਬ ਕਹਿ ਦਿੱਤੀ ਹੈ, ਧਾਰਮਿਕ ਕਿਤਾਬ ਕਹਿ ਦਿੱਤਾ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਪੜ੍ਹੋ ਤੁਸੀਂ, ਵੇਖੋ ਕਿਸੇ ਵੀ ਗ੍ਰੰਥ ਨਾਲ ਸਾਹਿਬ ਸ਼ਬਦ ਜੁੜਿਆ ਹੋਇਆ ਨਹੀਂ ਮਿਲੇਗਾ ਤੁਹਾਨੂੰ। ਕਿਸੇ ਵੀ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ ਹੋਵੇਗੀ। 4 ਕਿਤਾਬਾਂ ਹਨ, ਭਾਗਵਤ ਗੀਤਾ ਹੈ, ਪੁਰਾਣ ਹੈ, 4 ਵੇਦ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ। ਆਪਾਂ ਕਿਸੇ ਵੀ ਪੁਰਾਣ ਦੇ ਅੱਗੇ ਗੁਰੂ ਸ਼ਬਦ ਨਹੀਂ ਵੇਖਾਂਗੇ।
ਕਿਸੇ ਵੇਦ ਅੱਗੇ ਵੀ ਗੁਰੂ ਸ਼ਬਦ ਨਹੀਂ ਲੱਗਾ ਹੋਇਆ। ਇੰਨਾ ਸਤਿਕਾਰ, ਇੰਨੀ ਵੱਡੀ ਜਿਹੜੀ ਪਦਵੀ ਹੈ ਹੋਰ ਕਿਤੇ ਨਹੀਂ ਹੈ। ਤੇ ਉਹ ਇਸ ਕਰਕੇ ਭਾਈ ਗੁਰਦਾਸ ਜੀ ਉਹਨਾਂ ਦੀ ਬੋਲੀ ਦੇ ਮੁਤਾਬਕ ਲਿਖਦੇ ਨੇ, ਪੁੱਛਣ ਬੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਕਿਉਂਕਿ ਆਪਣੇ ਵਿੱਚ ਤਾਂ ਇਹਨੂੰ ਪੋਥੀ ਸਾਹਿਬ ਆਖਿਆ ਜਾਂਦਾ। ਬਾਣੀ ਦੀ ਜਿਹੜੇ ਛੋਟੇ ਰੂਪ ਦੇ ਵਿੱਚ ਮਹਾਰਾਜ ਦੇ ਸਰੂਪ ਉੱਠ ਕੇ ਹੋਣ ਜਾਣੀਆਂ ਤੇ ਬਾਣੀ ਲਿਖੀ ਜੀ 22 ਵਾਰਾਂ ਦੀ ਭਗਤਾਂ ਦੀ ਬਾਣੀ, ਉਹ ਪੋਥੀ ਨੂੰ ਆਪਾਂ ਕਹਿੰਦੇ ਪੋਥੀ ਸਾਹਿਬ। ਪੋਥੀ ਪਰਮੇਸ਼ਰ ਕਾ ਥਾਨ। ਤੇ ਉਹ ਭਾਈ ਗੁਰਦਾਸ ਜੀ ਉਹਨਾਂ ਦੇ, ਕਿਉਂਕਿ ਉਹਨਾਂ ਦੇ ਹਿਸਾਬ ਦੀ ਉੱਥੇ ਮਹਾਰਾਜ ਗਏ ਨੇ, ਤੇ ਉਸ ਹਿਸਾਬ ਨਾਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪੁੱਛਣ ਬੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਮਹਾਰਾਜ ਕਹਿੰਦੇ ਜੇਕਰ ਸ਼ੁਭ ਅਮਲ ਨਹੀਂ ਤੇ ਦੋਵੇਂ ਹੀ ਰੋਣਗੇ। ਅਮਲ ਭਾਵੇਂ ਕਿਸੇ ਕੋਲ ਵੀ ਚੰਗੇ ਨਹੀਂ, ਭਾਵੇਂ ਉਹ ਸਿੱਖ ਵੀ ਹੈ, ਉਹ ਵੀ ਰੋਵੇਗਾ ਉੱਥੇ, ਕਿਉਂਕਿ ਗੱਲ ਦੋਵਾਂ ਦੀ ਕੀਤੀ ਸੀ ਉਹਨਾਂ ਨੇ ਵੀ ਸਾਨੂੰ ਦੱਸੋ ਵੀ ਵੱਡਾ ਹਿੰਦੂ ਹੈ ਕਿ ਮੁਸਲਮਾਨ ਹੈ। ਮਹਾਰਾਜ ਕਹਿੰਦੇ ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਪਣੇ ਇਸ ਮੁਲਕ ਦੇ ਅੰਦਰ ਬੜੇ ਜ਼ੋਰ ਨਾਲ ਵੀ ਧਰਮ ਤਬਦੀਲ ਕਰਾਇਆ ਜਾਂਦਾ ਰਿਹਾ ਸੀ, ਅੱਜ ਵੀ ਹੋ ਜਾਂਦਾ ਕਈ ਥਾਵਾਂ 'ਤੇ। ਭਗਤ ਕਬੀਰ ਸਾਹਿਬ ਜੀ ਦਾ ਸਮਾਂ ਆਇਆ, ਸਮੇਂ ਦਾ ਬਾਦਸ਼ਾਹ ਸੀ ਸਿਕੰਦਰ ਲੋਧੀ। ਇੱਕ ਸਿਕੰਦਰ ਬਾਦਸ਼ਾਹ ਜਿਹਨੇ ਦੁਨੀਆ ਜਿੱਤਣ ਦਾ ਸੁਪਨਾ ਲਿਆ ਸੀ, ਇੱਕ ਸਿਕੰਦਰ ਲੋਧੀ ਹੋਇਆ ਇਸ ਮੁਲਕ ਦੇ ਅੰਦਰ। ਉਹਨੇ ਹੀ ਭਗਤ ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਬੰਨ੍ਹ ਕੇ ਸੁੱਟ ਦਿੱਤਾ ਸੀ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਫ਼ ਤੌਰ 'ਤੇ ਸਾਰਿਆਂ ਦੇ ਪਖੰਡਾਂ ਦਾ ਖੰਡਨ ਕੀਤਾ ਹੈ। ਤੇ ਜਦੋਂ ਜਿਨ੍ਹਾਂ ਦੀ ਹਕੂਮਤ ਹੋਵੇ, ਆਪਾਂ ਉਹਨਾਂ ਦੇ ਕਰਮ ਦੇ, ਉਹਨਾਂ ਦੀ ਧਰਮ ਦੀ ਗੱਲ ਕਰੀਏ ਤੇ ਉਹ ਕਿੱਥੇ ਬਰਦਾਸ਼ਤ ਕਰਨਗੇ। ਇੱਥੇ ਤੇ ਆਪਾਂ ਇਹ ਵੇਖਦੇ ਹਾਂ, ਗੁਰਬਾਣੀ ਦੀ ਕਥਾ ਕਰਨੀ ਬੜੀ ਔਖੀ ਹੈ। ਆਪਣੇ ਧਰਮ ਦੇ ਵਿੱਚ ਹੀ ਆਪਾਂ ਦੂਜੇ ਦੇ ਥਾਂ 'ਤੇ ਜਾ ਕੇ ਕਿਵੇਂ ਬੋਲ ਸਕਦੇ ਹਾਂ, ਬੜਾ ਔਖਾ ਹੈ। ਕਿਉਂਕਿ ਅੱਜ ਸਮਾਂ ਇਹ ਹੈ, ਗੁਰਬਾਣੀ ਦੀ ਨਿਰੋਲ ਕਥਾ ਕਰਨੀ ਬੜੀ ਔਖੀ ਗੱਲ ਹੈ। ਕਿਉਂਕਿ ਗੁਰਬਾਣੀ ਭਾਵੇਂ ਕੋਈ ਪੁਜਾਰੀ ਹੈ, ਪੁਜਾਰੀ ਭਾਵ ਕੋਈ ਗ੍ਰੰਥੀ ਹੈ, ਕੋਈ ਰਾਗੀ ਹੈ, ਕੋਈ ਸੇਵਾਦਾਰ ਹੈ, ਕੋਈ ਕਮੇਟੀ ਮੈਂਬਰ ਹੈ, ਕੋਈ ਸੰਗਤ ਦਾ ਬੰਦਾ ਹੈ, ਭਾਵ ਕਿਸੇ ਵੀ ਤਰ੍ਹਾਂ ਦਾ ਮਹਾਰਾਜ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਮਹਾਰਾਜ ਕਹਿੰਦੇ ਭਾਈ ਸ਼ੁਭ ਅਮਲ ਧਾਰਨ ਕਰਨੇ ਪੈਣਗੇ। ਤੇ ਜਦੋਂ ਕਿਸੇ ਦੇ ਪ੍ਰਥਾਏ ਗੱਲ ਆ ਗਈ ਤੇ ਉਹ ਕਰ ਦਿੱਤੀ, ਜੇ ਦੀ ਗੱਲ ਕਰ ਦਿੱਤੀ ਉਹਨੇ ਫਿਰ ਖਿਲਾਫ ਵਿੱਚ ਆ ਜਾਣਾ ਵੀ ਮੇਰੇ ਬਾਬਤ ਗੱਲ ਕਿਉਂ ਕਰ ਦਿੱਤੀ ਹੈ। ਗੁਰਬਾਣੀ ਦੇ ਵਿੱਚ ਤਾਂ ਰਾਜਿਆਂ ਬਾਰੇ ਵੀ ਆਖਿਆ ਗਿਆ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠਣ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚਟ ਜਾਓ। ਉੱਥੇ ਸਾਰਿਆਂ ਦਾ ਜ਼ਿਕਰ ਕਰਤਾ ਮਹਾਰਾਜ ਨੇ। ਰਾਜੇ ਕਿਵੇਂ ਜਿਹੇ ਨੇ, ਅੱਗੋਂ ਉਹਨਾਂ ਦੇ ਜਿਹੜੇ ਅਹਿਲਕਾਰ ਨੇ ਉਹ ਕਿਵੇਂ ਜਿਹੇ ਨੇ, ਸਿਪਾਹੀ ਕਿਵੇਂ, ਸਾਰਾ ਪ੍ਰਬੰਧ ਸਿਸਟਮ ਕਿਵੇਂ ਜਿਹਾ ਹੈ। ਇੱਕ ਪਦ ਲੈ ਲਿਆ ਰਾਜਿਆਂ ਦਾ, ਉਹਦੇ ਵਿੱਚ ਸਾਰੇ ਆ ਗਏ, ਚਪੜਾਸੀ ਤੋਂ ਲੈ ਕੇ ਰਾਜੇ ਤੱਕ ਸਾਰਾ ਮਹਿਕਮਾ ਆ ਗਿਆ, ਜਿੰਨਾ ਵੀ ਉਹਦੇ ਵਿੱਚ ਮਹਾਰਾਜ ਨੇ ਉੱਥੇ ਜ਼ਿਕਰ ਕਰਤਾ ਹੈ। ਫਿਰ ਧਾਰਮਿਕ ਜਦੋਂ ਆਗੂਆਂ ਦਾ ਜ਼ਿਕਰ ਆਉਂਦਾ ਹੈ, ਉੱਥੇ ਮਹਾਰਾਜ ਨੇ ਉਹ ਵੀ ਜ਼ਿਕਰ ਕੀਤਾ। ਆਸਾ ਕੀ ਵਾਰ ਦੀ ਕਥਾ ਆਪਾਂ ਹੁਣੇ ਸਮਾਪਤ ਹੋਈ ਪਿੱਛੇ ਜੀ, ਉਹਦੇ ਵਿੱਚ ਦੇਖੋ ਮਹਾਰਾਜ ਨੇ ਉੱਥੇ ਸਾਰਿਆਂ ਦਾ ਜ਼ਿਕਰ ਕੀਤਾ। ਜਿਹੜੇ ਧਾਰਮਿਕ ਆਗੂ ਨੇ, ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਜਿਵੇਂ ਹੁਣੇ ਬੇਨਤੀ ਕੀਤੀ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪਾਠੀ ਆ ਗਏ,
ग्रंथी आगे रागी आगे सारे कोई गावे रागी नादी बेदी वो भांत कर नहीं हर हर भिजै राम राजे। तो इनू बर्दाश्त करना बड़ा औखा अपने सारिਆਂ वास्ते। सानू भी कोई आखे मूँह ते बड़ी औखी गल है बर्दाश्त करना, भी आपां नूं कह दे भी तेरे विच ये कमी है, बड़ी औखी गल है। तो इस तरह महाराज ने सारे भावें कोई किसी भी तरह का सेवादार है, किसी भी तरह का ਸਰੋਤਾ ਜਿਹੜਾ सुनने वाला ਉਹਦੇ बारे भी महाराज ने आख्या है कि आउंदे तां जरूर ने पर ਉਹਦਾ असर कोई नहीं दिखाई देंदा। तो इस तरह भगत कबीर साहब जदों वो गल कीती, भावें वो मंदिरां विच हो रही सी, भावें वो मसीतां विच कर्मकांड चल रहा सी, ते भगत कबीर साहब जिन्हों बन लिया संगलों के नाल। भगत कबीर साहब ने बाणी विच वो शब्द लिखता नहीं कि लोगों ने मनना नहीं सी। पूजा बांध भिला कर डारियो, बावां बन पिछे नूड़ता लत्तां भी ऐन बिल्कुल भिला कहते ने पंड बन देनी, शरीर नूं इकट्ठा करके नूड़ के ना हथ पैर भी ना हिलन, हथ पैर भी बन के फिर सारे शरीर नूं बन दिता है भी किसी भी तरह कोई भी शरीर का अंग बचना नहीं चाहिए। पंड बन के पोटली बना के अगे सड़ती हाथी दे, पूजा बांध भिला कर डारियो, हस्ती क्रोप मूंढ मैं मारियो। हस्ती नूं हाथी नूं नशा दिता, उन्होंने तोड़ते ने। मुहावत नूं काजी कहता है कि इस हाथी नूं चढ़ा दे भगत कबीर साहब के उत्ते और इत्थे इहदा मिज कढ़ दे, बिल्कुल इहनूं खत्म कर दे। पूजा बांध भिला कर डारियो, हस्ती क्रोध मूंढ मैं मारियो। बकबो काजी हस्ती तोर, रे महावत काटों डोर। कहन लगे ये महावत तेनी तेनू मार दांगे, हाथी नूं तोर छेती, कुंडा मार हाथी दे सिर दे विच और इस कबीर नूं मार दे। क्योंकि भगत कबीर साहब दे अगे शर्त रखी ही सी तू मुसलमान हो जा। इस शब्द दे विच उन्हां ने आख्या भी है, कहंदे भी सकत स्नेह कर सुन्नत करिए, मैं ना बदोगा भाई, जो रे खुदाए मोए तुर्क करेगा आपन ही कट जाई। जे खुदा मैनू तुर्क करना चाहता मेरा खतना आपे ही हो जाएगा। सुन्नत शब्द है, सुन्नत का भाव जो अजकल रूढ़ हो गया वो नहीं है। सुन्नत अरबी भाषा का शब्द है, इसका अर्थ है इस्लाम मत की मर्यादा, जो भी मर्यादा है ਉਹਦੇ ਵਿੱਚ ਖਤਨਾ ਕਰਨਾ ਜਿਹੜਾ ਹੈ ਉਹਨੂੰ ਸੁन्नत ਨਾਲ ਜੋੜ ਦਿੱਤਾ ਗਿਆ। ਵੈਸੇ ਸੁन्नत ਹੈ ਦਾ ਨਾਮ ਮਰਿਆਦਾ ਹੈ, ਸੁन्नत ਦਾ ਅਰਥ ਹੈ ਮਰਿਆਦਾ। ਉਹਦੇ ਵਿੱਚ ਇੱਕ ਖਤਨਾ ਹੈ। ਪੁਰਸ਼ ਦੇ ਜਨਨ ਇੰਦਰੇ ਨੂੰ ਖਤਨ ਕੀਤਾ ਜਾਂਦਾ ਹੈ ਬਚਪਨ ਦੇ ਵਿੱਚ ਹੀ, ਉਹਨੂੰ ਉਹ ਕਹਿੰਦੇ ਨੇ ਸੁन्नत ਕੀਤੀ ਹੋਈ। ਉਹਦੇ ਕਈ ਕਾਰਨ ਦੱਸੇ ਗਏ ਨੇ। कई राइटरां ने आपो अपनी तरह जिमें जिमें किसी को कितों कोई स्रोत मिलिया है वो लिखिया है। तो भगत कबीर साहब नूं जदों उन्होंने कहा नहीं मैं अपना धर्म नहीं छड्डांगा, परमात्मा ने जिथे मैनू भजे भेजिया है, जिस रूप में भेजिया है ठीक है, मैनू कोई गिला नहीं है, तो वो जोर लाते ने। जदों ना मन्ने फिर बन के हाथी दे अगे सुट दिता गया। तो भाई भगत कबीर साहब जी अपनी विच बाणी विच कहंदे ने, वेखो कुंचर पोट लै लै नमस्कारै, बूझे नाई काजी अंधियारै। वो जिहड़ा हाथी है उन्होंने जदों कोल लिआंदा उन्होंने सोझी हो गई, क्योंकि भगत कबीर साहब पूर्ण महापुरख ने ते उन्हां दे दर्शन कोई अचनचेत भी सहज सुभावी कर ले बड़ा फल है। पर नाल ये भी गल उन्होंने बाणी दे विच आखी है कि संत दे कोलों हंकारी बंदा लाभ नहीं लै सकदा। संत तुहाडे कोल है, जे तुहाडे अंदर हंकार है तुसी लाभ नहीं लै सकोगे। संत कोलों पापी बंदा भी लाभ लै जांदा है।
ਅੱਤ ਦਾ ਦੁਰਾਚਾਰੀ ਬੰਦਾ ਵੀ ਲਾਭ ਲੈ ਜਾਂਦਾ ਹੈ, ਕਿੰਨਾ ਮਾੜਾ ਬੰਦਾ ਹੋਵੇ ਉਹ ਵੀ ਲਾਭ ਲੈ ਜਾਂਦਾ ਹੈ। ਪਰ ਜਿਹਦੇ ਅੰਦਰ ਹਉਮੈ ਹੈ ਉਹ ਕਦੇ ਸੰਤ ਕੋਲੋਂ ਲਾਭ ਨਹੀਂ ਲੈ ਸਕੇਗਾ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੇ, ਬਾਂਸ ਸੁਗੰਧ ਨਾ ਹੋਏ। कबीर चंदन का बिरवा भला, बेड़ियो ढाग पलास, ओए भी चंदन होए रे बसे जो चंदन पास। वो कहते जिन्ने भी चंदन कोल वसदे ने सारे ही चंदन हो जाते ने, भावें वो किन्ना भी दरख्त नखिद्ध होवे, किन्ना भी माड़ा दरख्त होवे, वो भी चंदन हो जाता है। पर कहते एक दरख्त नहीं हुंदा, एक बूटा नहीं हुंदा, वो है ओदा बांस दा। कारण पुछिया जी इहनूं की गल है? कहते ਉਹਦੇ अंदर गंढा ने, ਉਹਦੇ अंदर हंकार है भी मैं बड़ा वड्डा हाँ, मेरे वर्गा कोई होर है ही नहीं। कबीर बांस वडाई बूढ़िया, इउं मत बूढ़ो कोए, चंदन कै निकटै बसै, बांस सुगंध ना होए। हुण ये जिहड़े भगत कबीर साहब जी दे दुआले होए ने मारन वास्ते हंकारी ने, क्योंकि हकूमत का नशा है। हकूमत के सारे लोग ने, उन्होंने हकूमत का नशा है। पर बाकी ये भगत विच ये गुण है, वो तो पशुओं नूं भी तार देंदा है, जानवरां नूं, पंछियां उहदी संगत करन वाले वो भी तर जाते हैं। पर हंकारी मनुख संत कोलों लाभ नहीं लै सकदा। तो वो काजी इस करके हकूमत के नशे विच अन्ना है, क्योंकि ये सरकारी काजी है, हकूमत का बंदा है। जिवें छोटे साहिबजादियां नूं जिस काजी ने फतवा लाया है तो वह धार्मिक बंदा सी, पर वह सरकार के टुकड़ियां ते पलन वाला सी। एक बड़ी वड्डी कमजोरी है कि जदों बंदा किसी दे रोजी ते निर्भर होवे, फिर उहदी बोली ही बोलदा है, फिर वह धर्म ते पूर्ण तौर पर नहीं चल सकदा। उहदे कोल धर्म का लिबास हुंदा है, धर्म के बोल हुंदे ने, धर्म की बाणी हुंदी, पर धर्म नहीं हुंदा उहदे कोल। फिर वो सरकार नूं खुश करन वास्ते उस तरह के फैसले लिया करता है। इस तरह ये काजी उस महावत नूं रोह पा के कहता तू तोड़दा क्यों नहीं हाथी नूं? कहते तोड़ इस हाथी नूं। भगत कबीर साहब जी कहते वो काजी जदों हाथी नेड़े आया मैनूं नमस्कार करन लग पिया। कुंचर, कुंचर नाम हाथी का है, कुंचर पोट लै लै नमस्कार है, बूझी नाही काजी अंधियार है। अन्ने काजी नूं समझ नहीं आ गया भी आई भी एक जानवर मत्था टेक रहा है, कोई गल तो होवेगी ना भी इस भगत नूं एक हाथी मत्था टेक रहा, एक जानवर मत्था टेक रहा, तो बंदा हो के नूं समझ नहीं आ रही। कुंचर पोट लै लै नमस्कार है, बूझी नाही काजी अंधियार है। फिर एक बारी ये प्रसंग है, इदों पहला एक होर भी हो जाता है कि जंजीरां विच बन के कहते गंगा विच डुब के मार दो, गंगा की लहर मेरी टुटी जंजीर, मृगशाला पर बैठे कबीर। जोर ये लाया गया भगत कबीर साहब किसी तरह इस्लाम मत नूं कबूल कर लैन, क्योंकि भगत कबीर साहब जिहड़ियां दलीलां देंदे ने अपनी बाणी दे विच जिहड़े प्रमाण देंदे ने, उत्थे बड़े बड़े फिलोसफर बड़े बड़े ज्ञानवान वो फेल हो जाते हैं, क्योंकि भगत के हिरदे विचों ज्ञान होया, ब्रह्म ज्ञान प्रगट होया है। जिथे अनुभवी ज्ञान होवे उत्थे बाहरला किताबची बाहरलियां किताबां पढ़न वाला बंदा फेल हो जाता है, क्योंकि उन्हें बाहरों पढ़ के याद किया है तो पर एक दे अंदरों ज्ञान फुटिया है। घर विच आपां किन्ना भी पानी इकट्ठा कर लवो वो मुक जाता है, किन्ने भी बर्तन भर लो, किन्नियां टैंकियां भर लवो, पर जिहड़ा धरती विचों खूह पट के पानी कढ़िया जिन्ना मर्जी कढ़ी जाओ, जे खूह दे विचों पानी नहीं मुक गया, जिन्ना कढ़ोगे होर भर जाता है। पर जिन्नियां मर्जी टैंकियां लिया के भर लवो वो कढ़ोगे खाली हो जाणगियां, फिर भरनियां पैणगियां। बाहरला ज्ञान इस तरह का है। कारण यही सी भगत कबीर साहब नूं मुसलमान बनाउण दा भी उन्हां दे कोल जिहड़ा ज्ञान है, इस तरह का ज्ञानवान बंदा किसी धर्म विच होवे वो धर्म नूं बड़ा अगे लै जांदा है।
ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧ ਆਪਣਾ ਚੇਲਾ ਬਣਾਉਣਾ ਚਾਹੁੰਦੇ ਨੇ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨੇ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਹਮਰਾ ਪੰਥ ਕਰੇ ਉਜਿਆਲਾ। ਜਦੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਣੀ, ਉਹਨਾਂ ਦੇ ਬਚਨ ਸੁਣੇ, ਬਾਣੀ ਸੁਣੇ, ਸਿੱਧ ਜਿਹੜੇ ਨੇ ਬੜੀ ਲੰਮੀ ਲੰਮੀ ਉਮਰ ਦੇ ਮਾਲਕ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਸਮੇਂ ਜਿਹੜੀ ਆਰਜਾ ਹੈ 32-34 ਸਾਲ ਦੀ ਹੈ, ਕੋਈ ਜ਼ਿਆਦਾ ਵੱਡੀ ਉਮਰ ਨਹੀਂ। ਅਤੇ ਉਹਨਾਂ ਵਿੱਚ ਜਿਹੜੇ ਜੋਗੀ ਨੇ, ਕੋਈ 500 ਸਾਲ ਦੀ ਉਮਰ ਦਾ ਮਾਲਕ ਹੈ, ਕੋਈ 200 ਸਾਲ ਯੋਗ ਸਾਧਨ ਦੁਆਰਾ ਉਮਰ ਵਧਾਈ ਹੋਈ ਹੈ, ਕੋਈ 250 ਸਾਲ ਦੀ ਉਮਰ ਦਾ, ਕੋਈ 300 ਸਾਲ ਦੀ, ਕੋਈ 100 ਸਾਲ ਦੀ ਉਮਰ ਦਾ ਹੈ। ਗੁਰੂ ਨਾਨਕ ਪਾਤਸ਼ਾਹ ਤੇ ਉਹਨਾਂ ਦੇ ਸਾਹਮਣੇ ਐਵੇਂ ਨੇ ਜਿਵੇਂ ਇੱਕ 100 ਸਾਲ ਦੇ ਬਜ਼ੁਰਗ ਦੇ ਹੱਥ ਵਿੱਚ ਨਵੇਂ ਜਨਮਾ ਬੱਚਾ ਹੋਵੇ ਨਾ। ਅਤੇ ਉਹ ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਵਿਚਾਰਦੇ ਨੇ ਬਾਲਕ ਇਹ ਬੱਚਾ ਸਾਡੇ ਪੰਥ ਵਿੱਚ ਜੇ ਆ ਜਾਵੇ, ਕਿਉਂਕਿ ਉਹਨਾਂ ਕੋਲ ਤਜਰਬਾ ਬੜਾ, ਸਾਰੀ ਉਮਰ ਦਾ ਉਹਨਾਂ ਨੇ ਦੁਨੀਆ ਫਿਰ ਕੇ ਵੇਖੀ ਹੈ। ਉਹ ਕਹਿੰਦੇ ਜੇ ਇਹ ਬੱਚਾ ਸਾਡੇ ਪੰਥ ਵਿੱਚ ਆ ਜਾਵੇ, ਸਾਡੇ ਪੰਥ ਨੂੰ ਦੁਨੀਆ ਵਿੱਚ 4 ਚੰਨ ਲੱਗ ਜਾਣਗੇ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨੇ ਲੇਵੈ ਬਾਲਾ, ਐਸਾ ਜੋਗੀ ਕਲੀ ਮੇ ਹਮਰਾ ਪੰਥ ਕਰੇ ਉਜਿਆਲਾ। ਤੋ ਇਹ ਜ਼ੋਰ ਸਿੱਧਾਂ ਨੇ ਫਿਰ ਵਾਰ-ਵਾਰ ਲਾਇਆ, ਇੱਕ ਵਾਰੀ ਨਹੀਂ। ਗੋਰਖ ਮਤੇ ਦੀ ਧਰਤੀ ਜੋ ਅੱਜ ਕੱਲ੍ਹ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ, ਉੱਥੇ ਵੀ ਇਹ ਜ਼ੋਰ ਲਾਇਆ ਗਿਆ। ਸਮੇਰ ਪਰਬਤ 'ਤੇ ਵੀ ਜ਼ੋਰ ਲਾਇਆ ਗਿਆ। ਅਚਲ ਬਟਾਲੇ ਦੀ ਧਰਤੀ 'ਤੇ ਵੀ ਇਹ ਜ਼ੋਰ ਲਾਇਆ ਗਿਆ, ਔਰ ਬਾਅਦ ਵਿੱਚ ਵੀ ਜ਼ੋਰ ਲੱਗਦਾ ਰਿਹਾ ਹੈ। ਸਿੱਧ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵੀ ਆਉਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਵੀ ਕਈ ਜੋਗੀ ਆਉਂਦੇ ਨੇ। ਸੋ ਇਸ ਤਰ੍ਹਾਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੌਣ ਰੁਲਾ ਸਕਦਾ, ਕਿਉਂਕਿ ਉਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਨੂੰ ਮੁਸਲਮਾਨ ਬਣਾਉਣ ਵਾਸਤੇ ਯਤਨ ਕੀਤਾ। ਇਹ ਸ਼ਬਦ ਦੇ ਵਿੱਚ ਉਹਨਾਂ ਨੇ ਉਹ ਇਸ਼ਾਰਾ ਵੀ ਕੀਤਾ, ਇਹ ਸ਼ਬਦ ਦੀ, ਕਿਉਂਕਿ ਧਰਮ ਦੇ ਨਾਲ ਸੰਬੰਧਿਤ ਸ਼ਬਦ ਆਇਆ ਹੈ। ਇਸੇ ਸ਼ਬਦ ਦੀ ਆਪਾਂ ਵਿਚਾਰ ਆਉਣ ਵਾਲੇ ਸਮੇਂ ਅੰਦਰ ਕਰਾਂਗੇ। ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।